ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੱਕਰ ਚਿਹਨ ਹਰ ਬਾਰਨ ਜਾਤ, ਹਰ ਪਾਤ ਨਹਿਨ ਜਿਹ ਰੂਪ ਰੰਗ ਹਰ ਰੇਖ ਭੇਖ, ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ, ਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ, ਸਾਹੇ ਸਾਹਾਨ ਗਣਿਜੈ। ਤਿਰ ਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ। ਤਵੈ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਣਤ ਸੋ ਮਤ। ਖੜਗ ਕੇਤ ਮੈਂ ਸਰਣ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ। ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬੁਚਾਈ। ਸਗਲ ਦੁਆਰ ਕੋ ਛਾੜ ਕੇ, ਗਇਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਸਗਲ ਦੁਆਰ ਕੋ ਛਾੜ ਕੇ, ਗਇਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏਕ ਓੰਕਾਰ ਸਤਿਗੁਰ ਪ੍ਰਸਾਦ, ਅਥ ਬਚਿੱਤਰ ਨਾਟਕ ਗ੍ਰੰਥ ਲਿਖਿਅਤੇ। ਤਵੈ ਪ੍ਰਸਾਦ ਸ੍ਰੀ ਮੁਖ ਵਾਕ, ਪਾਤਸ਼ਾਹੀ ਦਸਵੀਂ। ਦੋਹਰਾ ਨਮਸਕਾਰ ਸ੍ਰੀ ਖੜਗ ਕੋ, ਕਰਾਂ ਸੋ ਹਿਤ ਚਿਤ ਲਾਏ। ਪੂਰਨ ਕਰਾਂ ਗ੍ਰੰਥ ਇਹ, ਤੁਮ ਮੋਹਿ ਕਰਹੁ ਸਹਾਏ। ਇਕ ਓੰਕਾਰ ਸਤਿਗੁਰ ਪ੍ਰਸਾਦ, ਅਥ ਬਚਿੱਤਰ ਨਾਟਕ ਗ੍ਰੰਥ ਲਿਖਿਅਤੇ। ਤਵੈ ਪ੍ਰਸਾਦ ਸ੍ਰੀ ਮੁਖ ਵਾਕ, ਪਾਤਸ਼ਾਹੀ ਦਸਵੀਂ। ਦੋਹਰਾ ਨਮਸਕਾਰ ਸ੍ਰੀ ਖੜਗ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਅੰਮ੍ਰਿਤ ਕੇ ਦਾਤੇ, ਪੰਥ ਦੇ ਵਾਲੀ, ਸਾਹਿਬ ਕਮਾਲ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ, ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ, ਜੁਗੋ ਜੁਗ ਅਟਲ। ਬਾਣੀ ਕੇ ਬੋਹਿਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਖਾਲਸਾ, ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਵਡਭਾਗੀ ਹੋ ਜਿਨ੍ਹਾਂ ਨੂੰ ਮਹਾਰਾਜ ਜੀ ਦੇ ਸੁੰਦਰ ਦਰਬਾਰ ਅੰਦਰ ਦਰਸ਼ਨ ਕਰਨ ਦਾ, ਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਬਾਣੀ ਰਚਨਾ ਸ੍ਰੀ ਦਸਮ ਗ੍ਰੰਥ ਸਾਹਿਬ ਜੀ, ਉਸ ਦਸਮ ਗ੍ਰੰਥ ਸਾਹਿਬ ਵਿੱਚ ਜੋ ਸਤਿਗੁਰੂ ਜੀ ਦੀ ਬਾਣੀ ਬਚਿੱਤਰ ਨਾਟਕ ਹੈ, ਜੋ ਸਤਿਗੁਰੂ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਤੀਸਰੇ ਨੰਬਰ 'ਤੇ ਬਚਿੱਤਰ ਨਾਟਕ ਬਾਣੀ ਅੰਕਿਤ ਕੀਤੀ ਹੈ, ਉਸ ਦੀ ਕਥਾ ਵਿਚਾਰ ਸੰਗਤ ਰੂਪ ਵਿੱਚ ਸਰਵਣ ਕਰਨ ਲਈ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਾਂ ਜੁੜੇ ਹਾਂ। ਜਿਵੇਂ ਗੁਰੂ ਮਹਾਰਾਜ ਜੀ ਨੇ ਸ੍ਰੀ ਜਾਪ ਸਾਹਿਬ ਬਾਣੀ ਸਭ ਤੋਂ ਪਹਿਲਾਂ ਅੰਕਿਤ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਪਜੀ ਸਾਹਿਬ ਬਾਣੀ ਹੈ ਪਹਿਲੀ, ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਜਾਪ ਸਾਹਿਬ ਬਾਣੀ ਹੈ। ਦੂਸਰੀ ਬਾਣੀ ਸ੍ਰੀ ਅਕਾਲ ਉਸਤਤ, ਤੀਸਰੀ ਬਾਣੀ ਹੈ ਬਚਿੱਤਰ ਨਾਟਕ। ਉਸ ਦੀ ਕਥਾ ਵਿਚਾਰ ਸਾਧ ਸੰਗਤ ਜੀ ਆਪਾਂ ਗੁਰੂ ਮਹਾਰਾਜ ਜੀ ਦਾ ਜਿਹੜਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਆ ਰਿਹਾ ਹੈ, ਉਸ ਦੇ ਸੰਬੰਧ ਵਿੱਚ ਉਸ ਨੂੰ ਸਮਰਪਿਤ ਹੀ ਸਤਿਗੁਰੂ ਕੀ ਆਪਾਂ ਕਥਾ ਸਰਵਣ ਰਲ ਮਿਲ ਕੇ ਕਰਾਂਗੇ। ਜਿਸ ਕਥਾ ਦੇ ਵਿੱਚ ਮਹਾਰਾਜ ਜੀ ਨੇ ਬੜਾ ਖੋਲ੍ਹ ਕੇ ਦੱਸਿਆ ਹੋਇਆ ਹੈ। ਇਸ ਤੋਂ ਪਹਿਲਾਂ ਸ੍ਰੀ ਅਕਾਲ ਉਸਤਤ ਬਾਣੀ ਗੁਰੂ ਜੀ ਨੇ ਅੰਕਿਤ ਕੀਤੀ, ਜਿਸ ਵਿੱਚ ਨਰੋਲ ਅਕਾਲ ਪੁਰਖ ਵਾਹਿਗੁਰੂ ਦੀ ਹੀ ਸਿਫਤ ਸਲਾਨਾ ਲਿਖੀ ਹੋਈ ਹੈ, ਕੀਤੀ ਹੋਈ ਹੈ। ਕਾ ਅਕਾਲ ਪੁਰਖ ਕੀ ਰੱਛਾ ਹਮਨੇ, ਸਰਬ ਲੋਹ ਦੀ ਰੱਛਿਆ ਹਮਨੇ। ਉਸ ਵਿੱਚ ਸਾਰੇ ਦੇ ਸਾਰੇ ਜਿੰਨੇ ਵੀ ਨਾਮ ਹੈ ਵਾਹਿਗੁਰੂ ਦੇ, ਗੁਰੂ ਮਹਾਰਾਜ ਜੀ ਨੇ ਲਿਖੇ। ਅਖੀਰੀ ਸਾਰੀ ਬਾਣੀ ਲਿਖ ਕਰਕੇ ਅਖੀਰ ਵਿੱਚ ਦੋ ਪੰਕਤੀਆਂ, ਜਿੱਥੇ ਚਾਰ ਲਿਖਣੀਆਂ ਉੱਥੇ ਦੋ ਹੀ ਲਿਖੀਆਂ ਹੈ। ਸਾਤੋ ਆਕਾਸ ਸਾਤੋ ਪਤਾਰ, ਬਿਥਰਿਓ ਅਦ੍ਰਿਸ਼ਟ ਜਿਹ ਕਰਮ ਜਾਰ। ਉਸਤਤ ਸੰਪੂਰਨੰ, ਇਹ ਸਤਿਗੁਰੂ ਜੀ ਨੇ ਦੋ ਪੰਕਤੀਆਂ ਲਿਖੀਆਂ, ਜਿਨ੍ਹਾਂ ਵਿੱਚ ਮਹਾਰਾਜ ਨੇ ਸਿਫਤ ਵਾਹਿਗੁਰੂ ਦੀ ਕੀਤੀ ਵੀ ਜੋ ਪਰਮੇਸ਼ਰ ਸੱਤਾਂ ਪਤਾਲਾਂ ਵਿੱਚ, ਸੱਤਾਂ ਆਕਾਸ਼ਾਂ ਵਿੱਚ ਅਦ੍ਰਿਸ਼ਟ ਹੋ ਕੇ ਬਿਥਰਿਓ ਕਹੀਏ ਫੈਲਿਆ ਹੋਇਆ ਹੈ। ਅਤੇ ਜਿਹ ਕਰਮਜਾਰ, ਜਿਸ ਦਾ ਨਾਮ ਜਿਹੜੇ ਸਿਮਰਦੇ ਹੈ ਉਹਨਾਂ ਦੇ ਸੰਚਿਤ ਕਰਮ, ਜਿਨ੍ਹਾਂ ਰਾਹੀਂ ਜਨਮ ਜੂਨਾਂ ਮਿਲਦੀਆਂ, ਉਹ ਜਾਰ ਦਿੰਦਾ ਹੈ, ਨਸ਼ਟ ਕਰ ਦਿੰਦਾ ਹੈ। ਇਸੇ ਤਰ੍ਹਾਂ ਬਿਥਰਿਓ ਅਦ੍ਰਿਸ਼ਟ ਜਿਹ ਕਰਮਜਾਰ, ਜਿਸ ਵਾਹਿਗੁਰੂ ਦਾ ਕਰਮਾਂ ਦਾ ਜਾਲ ਸੱਤਾਂ ਪਤਾਲਾਂ ਆਕਾਸ਼ਾਂ ਵਿੱਚ ਹੀ ਬਿਥਰਿਓ ਕਹੀਏ ਫੈਲਿਆ ਹੋਇਆ ਹੈ।
ਤੇ ਕਿਉਂਕਿ ਸਾਰੇ ਕਰਮਾਂ ਵਿੱਚ ਹੀ ਜੀਵ ਜਿਹੜੇ ਉਹ ਫਸੇ ਬੰਨੇ ਹੋਏ ਆ। ਇਹ ਵਾਹਿਗੁਰੂ ਦਾ ਕਰਮਾਂ ਦਾ ਜਾਲ ਚਾਰ ਸਫੇਰੇ ਅਦ੍ਰਿਸ਼ਟ ਨਾ ਦਿਸਣ ਵਾਲਾ ਫੈਲਿਆ ਹੋਇਆ ਹੈ। ਉਹ ਦੋ ਪੰਕਤੀਆਂ ਦੇ ਰਾਹੀਂ ਮਹਾਰਾਜ ਜੀ ਨੇ ਲਿਖ ਕੇ ਉਸਤਤ ਸੰਪੂਰਨ ਲਿਖਿਆ ਕਿ ਵਾਹਿਗੁਰੂ ਦੀ ਸਿਫਤ ਹੋਰ ਜਿਹੜੀ ਅਸੀਂ ਕਰਨ ਲੱਗੇ ਹਾਂ। ਜੋ ਤੀਸਰੀ ਬਾਣੀ ਹੈ ਬਚਿੱਤਰ ਨਾਟਕ, ਫਿਰ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਉਹ ਅੰਕਿਤ ਕੀਤੀ ਹੈ। ਜਿਸ ਬਚਿੱਤਰ ਨਾਟਕ ਬਾਣੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਧ ਸੰਗਤ ਜੀ ਆਪਣੇ ਸੰਬੰਧ ਵਿੱਚ ਬੜੀ ਕਥਾ ਖੋਲ੍ਹ ਲਿਖੀ ਹੈ। ਸੋਢ ਵੰਸ਼ ਕਿੱਥੋਂ ਚੱਲੀ, ਇਸੇ ਤਰ੍ਹਾਂ ਬੇਦੀ ਵੰਸ਼, ਗੁਰੂ ਅੰਗਦ ਦੇਵ ਸਾਹਿਬ ਜੀ ਦੀ 63 ਵੰਸ਼, ਗੁਰੂ ਅਮਰਦਾਸ ਮਹਾਰਾਜ ਜੀ ਦੀ ਭੱਲਿਆਂ ਦੀ ਵੰਸ਼, ਅਤੇ ਆਪਣੀ ਜੋ ਗੁਰੂ ਕੀ ਆਪਣੀ ਵੰਸ਼ ਹੈ ਸੋਢ ਵੰਸ਼, ਕਿਵੇਂ ਕਿਵੇਂ ਕਿੱਥੋਂ ਕਿੱਥੋਂ ਚੱਲੀਆਂ ਹੈ, ਉਹਦਾ ਬੜਾ ਖੋਲ੍ਹ ਕੇ ਨਿਰਣਾ ਇਸ ਬਾਣੀ ਵਿੱਚ ਕੀਤਾ ਹੋਇਆ ਹੈ। ਫਿਰ ਗੁਰੂ ਕੀ ਇਹ ਰਚਨਾ ਜਿਹਦਾ ਨਾਮ ਬਚਿੱਤਰ ਨਾਟਕ ਗ੍ਰੰਥ ਕਰਕੇ ਲਿਖਿਆ ਹੈ। ਸਤਿਗੁਰੂ ਮਹਾਰਾਜ ਇਸ ਬਾਣੀ ਵਿੱਚ ਆਪਣੇ ਜੰਗਾਂ ਦੇ ਹਾਲ ਵੀ ਲਿਖਦੇ ਹਨ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹ ਵੀ ਲਿਖਦੇ ਹੈ ਕਿ ਸਾਡੇ ਪ੍ਰਕਾਸ਼ ਹੋਣ ਤੋਂ ਪਹਿਲਾਂ ਇਸ ਧਰਤੀ ਮੰਡਲ 'ਤੇ ਕੌਣ ਕੌਣ ਆਏ ਹੈ ਅਤੇ ਉਹਨਾਂ ਨੇ ਕੀ ਕੀ ਕੀਤਾ ਹੈ। ਸਭ ਨੇ ਆਪਣਾ ਆਪਣਾ ਨਾਮ ਜਪਾ ਲਿਆ। ਜੋ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਨਾ ਸੀ ਉਸ ਨਾਲ ਕਿਸੇ ਨੇ ਨਾ ਜੋੜਿਆ, ਅਤੇ ਆਪਣੇ ਨਾਲ ਹੀ ਸਭ ਨੇ ਜੋੜਿਆ। ਫਿਰ ਕਹਿੰਦੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਭੇਜਿਆ। ਇਹ ਸਾਰੀ ਕਥਾ ਇਹਦੇ ਵਿੱਚ ਆਏਗੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਦੀ ਰਚਨਾ ਕਰਨ ਤੋਂ ਪਹਿਲਾਂ ਜੋ ਵੱਡਿਆਂ ਸਤਿਗੁਰਾਂ ਦਾ ਮੰਗਲ ਹੈ, ਵੱਡਿਆਂ ਸਤਿਗੁਰਾਂ ਦੀ ਮਰਿਆਦਾ ਹੈ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ, ਜੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਲਿਖਵਾ ਕੇ ਧੁਰ ਕੀ ਬਾਣੀ ਵਿੱਚ ਬੰਨ੍ਹੀ ਹੈ ਮਰਿਆਦਾ, ਸਭ ਤੋਂ ਪਹਿਲਾਂ ਉਹ ਮੰਗਲ ਕੀਤਾ ਹੈ, ਜਿਸ ਦਾ ਵਿਦਵਾਨ ਨਾਮ ਵਸਤੂ ਨਿਰਦੇਸ਼ ਮੰਗਲ ਦਿੰਦੇ ਹੈ। ਵਸਤੂ ਕਹੀਦਾ ਬ੍ਰਹਮ ਨੂੰ, ਨਿਰਦੇਸ਼ ਕਹੀਦਾ ਜੋ ਜਿਸ ਮੰਗਲ ਵਿੱਚ ਬ੍ਰਹਮ ਦਾ ਹੀ ਕਥਨ ਕੀਤਾ ਹੈ ਉਹ ਹੈ ਵਸਤੂ ਨਿਰਦੇਸ਼ ਮੰਗਲ। ਇਹ ਫਿਰ ਜਿਹੜਾ ਮੰਗਲ ਹੈ ਗੁਰਬਾਣੀ ਵਿੱਚ ਵੀ 524 ਵਾਰ ਆਉਂਦਾ ਹੈ। ਸਤਿਗੁਰੂ ਜੀ ਨੇ ਵੱਡਿਆਂ ਸਤਿਗੁਰਾਂ ਦਾ ਸਤਿਕਾਰ ਕਰਦੇ ਹੋਏ, ਕਿਉਂਕਿ ਆਪ ਗੁਰੂ ਸਾਹਿਬ ਜੀ ਉਸੇ ਗੱਦੀ 'ਤੇ ਸੁਭਾਏਮਾਨ ਹੈ, 10ਵੇਂ ਥਾਂ 'ਤੇ ਆਪ ਹੀ ਗੁਰੂ ਨਾਨਕ ਸਾਹਿਬ ਜੀ ਹੈ, ਅਤੇ ਉਸ ਮਰਿਆਦਾ ਨੂੰ ਕਾਇਮ ਰੱਖਦਿਆਂ ਹੋਇਆਂ ਇਹ ਮੰਗਲ ਕੀਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਸ ਮੰਗਲ ਦੇ ਵਿੱਚ ਸਰਗੁਣ ਦੀ ਅਤੇ ਨਿਰਗੁਣ ਦਾ ਕਥਨ ਕੀਤਾ ਹੈ। ਪਹਿਲੇ ਰੂਪ ਵਿੱਚ ਅਤੇ ਨਿਰਗੁਣ ਦਾ ਹੀ ਕਥਨ ਹੈ ਵੀ ਇੱਕ ਜੋ ਅਦੁੱਤੀ ਬ੍ਰਹਮ ਹੈ ਵਾਹਿਗੁਰੂ, ਜੋ ਸਜਾਤੀ ਵਿਜਾਤੀ ਸਵੈਗਤ ਭੇਦ ਤੋਂ ਪਰੇ ਹੈ, ਦੇਸ਼ ਕਾਲ ਵਸਤੂ ਪਰਛੇਦ ਰਹਿਤ ਹੈ। ਐਸਾ ਜੋ ਇੱਕੋ ਵਾਹਿਗੁਰੂ, ਤੁਧ ਬਿਨ ਦੂਜਾ ਨਾਹੀ ਕੋਇ, ਤੂੰ ਦਰਿਆਓ ਸਭ ਤੁਝੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੀ। ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਐਸਾ ਜੋ ਇੱਕੋ ਹੀ ਇੱਕ ਵਾਹਿਗੁਰੂ ਹੈ, ਓਅੰਕਾਰ ਸਰਬ ਦਾ ਹੀ ਪ੍ਰਕਾਸ਼ਕ ਹੈ, ਜੋ ਸਾਰਿਆਂ ਨੂੰ ਪ੍ਰਕਾਸ਼ ਕਰ ਰਿਹਾ ਖੰਡਾਂ ਬ੍ਰਹਿਮੰਡਾਂ ਨੂੰ, ਅਤੇ ਜਿਸ ਨੇ ਆਪਣੇ ਰੋਮ ਰੋਮ ਵਿੱਚ ਕਰੋੜਾਨ ਕਰੋੜ ਬ੍ਰਹਿਮੰਡ ਰੱਖੇ ਹੋਏ ਹੈ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ।
ਸਰਬ ਦਾ ਪ੍ਰਕਾਸ਼ਕ, ਛੇ ਜੋਤੀਆਂ ਦਾ ਵੀ ਸਤ ਸਰੂਪ ਹੈ। ਤ੍ਰੈ ਕਾਲ ਅਬਾਦਤੰ ਸਤਤਵੰ, ਤਿੰਨਾਂ ਸਮਿਆਂ ਵਿੱਚ ਜਿਹਦਾ ਨਾਸ ਨਹੀਂ ਹੁੰਦਾ ਤੇ ਬਾਦ ਨਹੀਂ ਹੁੰਦਾ, ਉਹ ਸਤ ਸਰੂਪ। ਗੁਰ ਚੇਤਨ ਸਰੂਪ, ਪ੍ਰਸਾਦ ਕਹੀਏ ਆਨੰਦ ਸਰੂਪ ਹੈ। ਇਵੇਂ ਨਿਰਗੁਣ ਦਾ ਇਹ ਕਥਨ ਹੈ। ਦੂਸਰੇ ਰੂਪ ਵਿੱਚ ਵੀ ਨਿਰਗੁਣ ਦਾ ਤੇ ਸਰਗੁਣ ਦਾ ਦੋਨਾਂ ਦੇ ਕਥਨ ਹੈ ਵੀ ਇੱਕ ਜੋ ਅਦੁੱਤੀ ਬ੍ਰਹਮ ਹੈ, ਅਦਵੈਤ ਸਰੂਪ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਐਸੇ ਅਕਾਲ ਪੁਰਖ ਵਾਹਿਗੁਰੂ ਦੀ ਸਤਿਗੁਰ ਪ੍ਰਸਾਦ, ਸਤਿਗੁਰੂ ਪੂਰਿਆਂ ਦੀ ਪ੍ਰਸਾਦ ਕਹੀਏ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਉਹ ਸਤਿਗੁਰੂ ਪੂਰੇ ਕਿਹੜੇ ਹੈ? ਗੁਰੂ ਨਾਨਕ ਦੇਵ ਮਹਾਰਾਜ ਜੀ, ਗੁਰੂ ਨਾਨਕ ਦੇਵ ਗੋਬਿੰਦ ਰੂਪ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਐਸੇ ਸਤਿਗੁਰਾਂ ਦੀ ਕਿਰਪਾ ਕਰਕੇ ਉਸ ਨਿਰਗੁਣ ਸਰੂਪ ਵਾਹਿਗੁਰੂ ਦੀ ਭਾਈ ਪ੍ਰਾਪਤੀ ਹੈ। ਆਥ ਅੱਗੇ ਗੁਰੂ ਮਹਾਰਾਜ ਜੀ ਨੇ ਆਥ ਸ਼ਬਦ ਲਿਖਿਆ ਹੈ। ਉਹ ਕਿਉਂਕਿ ਸਨਾਤਨ ਮਤ ਵਾਲੇ ਇਹ ਗੱਲ ਕਹਿੰਦੇ ਹੈ, ਉਹ ਦੋ ਸ਼ਬਦ ਕਹਿੰਦੇ, ਇੱਕ ਤੇ ਓਮ ਤੇ ਇੱਕ ਆਥ। ਆਪਾਂ ਜਦੋਂ ਪੜ੍ਹਦੇ ਹਾਂ ਆਪਾਂ ਓਮ ਕਹਿ ਦਿੰਦੇ ਹਾਂ ਟਿੱਪੀ ਲਾ ਕੇ। ਜਦੋਂ ਸੰਸਕ੍ਰਿਤ 'ਚ ਪੜ੍ਹਿਆ ਜਾਂਦਾ ਤੇ ਉਹ ਓ ਦੇ ਉੱਪਰ ਜਿਹੜੀ ਬਿੰਦੀ ਹੁੰਦੀ ਉਹ ਮੰਮੇ ਦੀ ਆਵਾਜ਼ ਦਿੰਦੀ ਹੈ। ਉਹ ਪੜ੍ਹਦੇ ਹੈ ਓਮ ਤੇ ਆਥ, ਕਿਉਂਕਿ ਸਨਾਤਨ ਮਤ ਦਾ ਇਹ ਖਿਆਲ ਹੈ ਕਿ ਬ੍ਰਹਮ ਵਾਹਿਗੁਰੂ ਨੇ ਜਦੋਂ ਸ੍ਰਿਸ਼ਟੀ ਦੀ ਰਚਨਾ ਕੀਤੀ ਤੇ ਦੋ ਸ਼ਬਦ ਕਹੇ ਆ, ਇੱਕ ਤੇ ਓਮ ਤੇ ਇੱਕ ਆਥ। ਜਿਸ ਕਰਕੇ ਇਹ ਦੋ ਸ਼ਬਦ ਬ੍ਰਹਮ ਨੇ ਕਹੇ ਆ ਤੇ ਇਹ ਮੰਗਲ ਦੇ ਸੂਚਕ ਹਨ। ਮੰਗਲ ਦਾ ਸੂਚਕ ਹੈ, ਜੋ ਮੰਗਲ ਨੂੰ ਪ੍ਰਗਟ ਕਰਨ ਵਾਲਾ ਇਹ ਸ਼ਬਦ ਹੈ ਆਥ। ਪੂਜਨੀਕ ਕਰਕੇ ਉਹ ਕਥਨ ਕਰਦੇ ਹੈ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੱਡਿਆਂ ਸਤਿਗੁਰਾਂ ਦੀ ਮਰਿਆਦਾ ਅਨੁਸਾਰ, ਗੁਰੂ ਘਰ ਦੀ ਮਰਿਆਦਾ ਅਨੁਸਾਰ ਪਹਿਲਾਂ ਗੁਰਬਾਣੀ ਦਾ ਮੰਗਲ ਕਰ ਲਿਆ ਹੈ। ਦੂਸਰੇ ਨੰਬਰ 'ਤੇ ਜੋ ਸਨਾਤਨ ਮਤ ਦਾ ਪੂਜਨੀਕ ਮੰਗਲ ਹੈ ਉਹ ਵੀ ਇੱਥੇ ਕਰ ਲਿਆ ਹੈ। ਜਿਹੜੇ ਮੁਸਲਮਾਨ ਹੈ ਉਹ ਇਹ ਗੱਲ ਕਹਿੰਦੇ ਹੈ ਵੀ ਜਦੋਂ ਖੁਦਾ ਨੇ ਸ੍ਰਿਸ਼ਟੀ ਰਚੀ ਹੈ ਤੇ ਇਹ ਸ਼ਬਦ ਉਚਾਰਿਆ ਹੈ ਕੁਨ। ਕੁਨ ਦਾ ਅਰਥ ਹੈ ਹੋ ਜਾ, ਬਣ ਜਾ। ਵੀ ਇਹ ਦੋ ਹੀ ਸ਼ਬਦ ਕਹੇ ਤੇ ਫਿਰ 14 ਲੋਕ ਹੀ ਬਣ ਗਏ, 14 ਤਬਕ ਹੀ ਬਣ ਗਏ। ਸਤਿਗੁਰੂ ਜੀ ਨੇ ਵੀ ਇਸ ਗੱਲ ਦਾ ਜਿਹੜਾ ਸਨਾਤਨ ਮਤ ਨੇ ਮੰਨਿਆ ਉਹਦਾ ਖੁਲਾਸਾ ਥੋੜ੍ਹਾ ਅਰਥ ਖੋਲ੍ਹ ਕੇ ਕੀਤਾ ਹੈ। ਪ੍ਰਿਥਮੈ ਓਅੰਕਾਰ ਤਿਨ ਕਹਾ, ਸੋ ਤਨ ਪੂਰ ਜਗਤ ਮੋਹ ਰਹਾ। ਵੀ ਪਹਿਲਾਂ ਉਹ ਕਹਿੰਦੇ ਓਮ ਕਿਹਾ ਹੈ, ਗੁਰੂ ਸਾਹਿਬ ਕਹਿੰਦੇ ਓਅੰਕਾਰ ਕਿਹਾ ਹੈ। ਦਸਮ ਗ੍ਰੰਥ ਸਾਹਿਬ 'ਚ ਵੀ ਆਉਂਦਾ ਹੈ, ਗੁਰੂ ਗ੍ਰੰਥ ਸਾਹਿਬ 'ਚ ਵੀ ਆਉਂਦਾ ਹੈ। ਗੁਰੂ ਨਾਨਕ ਸਾਹਿਬ ਲਿਖਦੇ ਹੈ ਓਅੰਕਾਰ ਕੀਆ ਜਿਨ ਚਿੱਤ, ਓਅੰਕਾਰ ਬ੍ਰਹਮਾ ਉਤਪਾਤ, ਓਅੰਕਾਰ ਵੇਦ ਨਿਰਮਯ। ਓਅੰਕਾਰ ਉਤਪਾਤੀ ਤੇ ਇਹ ਵੀ ਮਹਾਰਾਜ ਜੀ ਨੇ ਲਿਖਿਆ ਹੈ। ਫਿਰ ਓਅੰਕਾਰ ਆਦ ਕਥਨੀ ਅਨਾਦ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹੈ। ਇਹਦਾ ਖੋਲ੍ਹ ਕੇ ਅਰਥ ਕੀਤਾ ਹੈ। ਇਵੇਂ ਅਰਥ ਜੋ ਸਨਾਤਨ ਮਤ ਨੇ ਇਹ ਨਿਯਮ ਬੰਨ੍ਹਿਆ ਹੈ ਵੀ ਜਦੋਂ ਵੀ ਕੁਝ ਕਥਨ ਕਰਨਾ ਹੈ ਜਾਂ ਕੁਝ ਮੁੱਖੋਂ ਬੋਲਣਾ ਹੈ ਤੋ ਅਰਥ ਸ਼ਬਦ ਜਾਂ ਓਮ ਸ਼ਬਦ ਕਿਹਾ ਜਾਏ ਜਾਂ ਲਿਖਿਆ ਜਾਏ, ਕਿਉਂਕਿ ਬ੍ਰਹਮ ਦੇ ਮੁਖ ਤੋਂ ਨਿਕਲਿਆ ਹੋਇਆ ਹੈ। ਤਾਂ ਸਤਿਗੁਰੂ ਜੀ ਨੇ ਫਿਰ ਦੂਸਰੇ ਨੰਬਰ 'ਤੇ ਇਹ ਮੰਗਲ ਸਨਾਤਨ ਮਤ ਜਿਹੜੇ ਕੋਈ ਹੋਰ ਧਰਮ ਗ੍ਰੰਥ ਮੰਨਦੇ ਆ ਉਹਨੂੰ ਮੰਗਲਮਈ ਜਾਣ ਕੇ, ਉਹਨੂੰ ਮਹਾਨ ਜਾਣ ਕੇ, ਮੰਗਲ ਕਰਨੇ ਯੋਗ ਜਾਣ ਕੇ ਇਹ ਸਾਧ ਸੰਗਤ ਜੀ
ਮੰਗਲ ਵਿੱਚ ਅਥ ਸ਼ਬਦ ਲਿਖਿਆ ਹੈ। ਉਂਝ ਅਥ ਦਾ ਨਿਰਣਾ ਹੋਰ ਵੀ ਕੀਤਾ ਜਾਂਦਾ ਹੈ ਕਿ ਜਿਹੜੇ ਵਿਸ਼ੇਸ਼ਕ ਸ਼ਾਸਤਰ ਹੈ ਖਟ ਦਰਸ਼ਨ ਵਿੱਚੋਂ ਸਾਂਖ, ਯੋਗ, ਨਿਆਏ, ਵਿਸ਼ੇਸ਼ਕ, ਮੀਮਾਂਸਾ, ਵਿਦਾਂਤ ਅਤੇ ਵਿਸ਼ੇਸ਼ਕ ਵਿੱਚ ਇਹਦਾ ਅਥ ਸ਼ਬਦ ਦਾ ਥੋੜ੍ਹਾ ਖੋਲ੍ਹ ਕੇ ਲੱਛਣ ਜਿਹੜਾ ਉਹ ਕੀਤਾ ਹੋਇਆ ਹੈ। ਉਹ ਲਿਖਿਆ ਹੋਇਆ ਕਿ ਅਥਾਨੋ ਧਰਮਮ ਵਿਆਖਿਆ ਸਿਆਮਹ। ਵਿਸ਼ੇਸ਼ਕ ਸ਼ਾਸਤਰ ਵਿੱਚ ਲਿਖਿਆ ਹੈ ਕਿ ਜਦੋਂ ਵੀ ਕੁਝ ਵੀ ਕਥਨ ਕਰਨਾ ਹੈ, ਵਿਆਖਿਆ ਕਰਨੀ ਹੈ, ਅਤੇ ਪਹਿਲਾਂ ਇਹ ਧਰਮ ਹੀ ਹੈ ਕਿ ਅਥ ਸ਼ਬਦ ਜਿਹੜਾ ਹੈ ਉਹ ਕਹਿਆ ਜਾਏ। ਕਥਨ ਕਰਨ ਤੋਂ ਪਹਿਲਾਂ ਮੁੱਖੋਂ ਅਤੇ ਲਿਖਣ ਤੋਂ ਪਹਿਲਾਂ ਅਥ ਦੀ ਵਰਤੋਂ ਕੀਤੀ ਜਾਏ। ਇਸੇ ਤਰ੍ਹਾਂ ਵਿਦਾਂਤ ਸ਼ਾਸਤਰ ਜੋ ਹੈ ਉਹਨਾਂ ਨੇ ਵੀ ਇਹ ਲੱਛਣ ਕੀਤਾ ਅਥ ਦਾ ਵੀ ਅਥਾਨੋ ਬ੍ਰਹਮ ਜਿਗਿਆਸਾ। ਜਿਸ ਨੂੰ ਬ੍ਰਹਮ ਪਾਉਣ ਦੀ ਜਿਗਿਆਸਾ ਇੱਛਾ ਹੈ, ਉਹਦਾ ਧਰਮ ਹੈ ਕਿ ਉਹ ਪਹਿਲਾਂ ਅਥ ਸ਼ਬਦ ਜ਼ਰੂਰ ਲਿਖੇ। ਜੇ ਲਿਖਣਾ ਹੈ, ਜੇ ਕਥਨ ਕਰਨਾ ਮੁੱਖੋਂ ਤੇ ਅਥ ਸ਼ਬਦ ਕਹੇ। ਸਤਿਗੁਰੂ ਮਹਾਰਾਜ ਜੀ ਨੇ ਉਸੇ ਸੰਬੰਧ ਵਿੱਚ ਹੀ ਇੱਥੇ ਸਨਾਤਨ ਮਤ ਦੇ ਨਾਲ ਵੀ ਇਹ ਮੰਗਲ ਕੀਤਾ ਹੈ। ਜਿਵੇਂ ਸਾਧ ਸੰਗਤ ਜੀ ਆਪਾਂ ਹੁਣ ਕੁਝ ਵੀ ਮੁੱਖੋਂ ਕਥਨ ਕਰਦੇ ਹਾਂ ਧਾਰਮਿਕ ਤੌਰ 'ਤੇ, ਅਤੇ ਆਪਾਂ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਆਪਾਂ ਲਿਖਦੇ ਹਾਂ ਅਤੇ ਜਾਂ ਤਾਂ ਫਤਿਹ ਪੂਰੀ ਲਿਖਾਂਗੇ ਜਾਂ ਆਪਾਂ ਲਿਖਾਂਗੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਅਕਾਲ ਜੀ ਸਹਾਏ, ਜਾਂ ਲਿਖਾਂਗੇ ਦੇਗ ਤੇਗ ਫਤਿਹ। ਇਹ ਆਪਾਂ ਜੇ ਲਿਖਣਾ ਤਾਂ ਇਵੇਂ ਲਿਖਾਂਗੇ ਅਤੇ ਜੇ ਕਥਨ ਕਰਾਂਗੇ ਤਾਂ ਫਿਰ ਫਤਿਹ ਬੁਲਾਵਾਂਗੇ। ਜਿਹੜਾ ਆਪਾਂ ਹਰ ਇੱਕ ਨੂੰ ਕਹਿੰਦੇ ਸਤਿ ਸ੍ਰੀ ਅਕਾਲ, ਅਤੇ ਇਹ ਵੀ ਵਾਹਿਗੁਰੂ ਦਾ ਹੀ ਕਥਨ ਹੈ ਵੀ ਉਹ ਅਕਾਲ ਪੁਰਖ ਪਰਮੇਸ਼ਰ ਸ਼੍ਰੋਮਣੀ ਸੋਭਾ ਵਾਲਾ, ਸਤ ਕਹੀਏ ਸੱਚ ਹੈ ਸਦਾ ਹੀ। ਇਵੇਂ ਉਹ ਮੁੱਖੋਂ ਕਥਨ ਕਰਨ ਲੱਗਿਆਂ ਅਤੇ ਲਿਖਣ ਲੱਗਿਆਂ ਲਿਖਿਆ ਜਾਂਦਾ ਹੈ ਅਤੇ ਕਥਨ ਕਰਨ ਲੱਗਿਆਂ ਬੋਲਿਆ ਜਾਂਦਾ ਹੈ। ਗੁਰੂ ਮਹਾਰਾਜ ਜੀ ਨੇ ਇਹ ਮੰਗਲ ਦੇ ਸੂਚਕ ਸਮਝ ਕੇ ਸੱਚੇ ਪਾਤਸ਼ਾਹ ਜੀ ਨੇ ਇਹ ਲਿਖਿਆ ਹੈ। ਫਿਰ ਜੋ ਸਨਾਤਨ ਮਤ 'ਤੇ ਜਿਹੜੇ ਲਿਖੀ ਹੈ, ਜਿੰਨੇ ਵੀ ਸਾਧੂ ਸੰਤ ਹੋਏ ਅਤੇ ਉਹਨਾਂ ਨੇ ਮੰਗਲ ਪ੍ਰਗਟ ਕਰਨ ਦਾ ਇੱਕ ਸ਼ਬਦ ਹੈ ਜਿਹਨੂੰ ਉਹ ਲਿਖਦੇ ਹੈ। ਪਹਿਲਾਂ ਤਾਂ ਇਹ ਸੀ ਵੀ ਬ੍ਰਹਮ ਦੇ ਮੁਖ ਤੋਂ ਨਿਕਲਿਆ ਹੈ ਅਥ, ਅਤੇ ਓਮ ਤਾਂ ਲਿਖਣਾ ਹੈ, ਤਾਂ ਕਥਨ ਕਰਨਾ ਹੈ। ਫਿਰ ਹੌਲੀ ਹੌਲੀ ਤਬਦੀਲ ਇਹ ਹੋਇਆ ਕਿ ਜਦੋਂ ਕੋਈ ਸ਼ਾਸਤਰ ਗ੍ਰੰਥ ਲਿਖਿਆ ਜਾਂਦਾ ਹੈ ਅਤੇ ਉਹਦੇ ਮੁੱਢ 'ਤੇ ਵੀ ਇਹ ਅਥ ਸ਼ਬਦ ਲਿਖਿਆ ਜਾਂਦਾ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਿਖਿਆ ਹੈ ਅਥ ਬਚਿੱਤਰ ਨਾਟਕ ਗ੍ਰੰਥ ਲਿਖਿਆ। ਅਤੇ ਇਹ ਤਾਂ ਜੋ ਧਾਰਮਿਕ ਗ੍ਰੰਥਾਂ ਵਿੱਚ ਵਿਚਾਰ ਲਿਖੀ ਹੈ, ਜਿਵੇਂ ਮੰਨਿਆ ਹੈ ਸਨਾਤਨ ਮਤ ਹੋਰ ਧਰਮ ਗ੍ਰੰਥਾਂ ਨੇ, ਉਹਦੇ ਮੁਤਾਬਕ ਆਪਾਂ ਵਿਚਾਰ ਕੀਤੀ ਹੈ। ਉਂਝ ਇਹਦਾ ਜਿਹੜਾ ਸੰਪਰਦਾਈ ਅਰਥ ਹੈ, ਜਿਹਨੂੰ ਤਰਜੀਹ ਦਿੱਤੀ ਜਾਂਦੀ ਹੈ, ਉਹ ਹੈ ਇਹ ਹੈ ਕਿ ਅਥ ਦਾ ਅਰਥ ਹੈ ਹੁਣ। ਅਥ ਦਾ ਅਰਥ ਹੈ ਇਸ ਤੋਂ ਉਪਰੰਤ, ਪਸ਼ਚਾਤ, ਬਾਅਦ, ਇਹ ਇਹਦਾ ਅਰਥ ਹੈ। ਜਿਵੇਂ ਗੁਰਬਾਣੀ 'ਚ ਆਉਂਦਾ ਹੈ ਪਹਿਲ ਪੁਰਸ ਵਿਰਾ ਪੁਰਸਾ ਵਿਰਾ, ਅਥੋਨ ਪੁਰਸਾ ਦਮਰਾ। ਅਥੋਨ ਦਾ ਅਰਥ ਵੀ ਇਸ ਤੋਂ ਉਪਰੰਤ, ਇਸ ਤੋਂ ਬਾਅਦ ਹੁਣ। ਅਤੇ ਸਤਿਗੁਰੂ ਗੁਰੂ ਜੀ ਨੇ ਲਿਖਿਆ ਵੀ ਅਥ ਬਚਿੱਤਰ ਨਾਟਕ ਗ੍ਰੰਥ ਲਿਖੇ। ਅਤੇ ਵੀ ਪਹਿਲਾਂ ਸ੍ਰੀ ਜਾਪ ਸਾਹਿਬ, ਉਸ ਤੋਂ ਬਾਅਦ ਸ੍ਰੀ ਅਕਾਲ ਉਸਤਤ ਸਾਹਿਬ, ਅਤੇ ਅਕਾਲ ਉਸਤਤ ਤੋਂ ਅਥ ਕਹੀਏ ਉਪਰੰਤ, ਬਾਅਦ, ਪਿੱਛੋਂ, ਪਸ਼ਚਾਤ। ਅਥ ਕਹੀਏ ਵੀ ਹੁਣ ਅਕਾਲ ਉਸਤਤ ਤੋਂ ਬਾਅਦ ਹੁਣ ਅਸੀਂ ਬਚਿੱਤਰ ਨਾਟਕ ਗ੍ਰੰਥ ਲਿਖਦੇ ਹਾਂ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਅੱਗੇ ਜੋ ਅੱਗੇ ਬਚਿੱਤਰ ਲਿਖਿਆ ਹੈ, ਕਈ ਸਰੂਪਾਂ ਵਿੱਚ ਉਹ ਅਦਕਨਾ ਲਿਖਿਆ ਹੈ ਬਚਿੱਤਰ, ਅਤੇ ਜੋ ਲਿਖਤੀ ਸਰੂਪ ਹੈ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ, ਉਹ ਉੱਥੇ ਅਦਕ ਨਹੀਂ ਪਿਆ ਹੈ। ਅਤੇ ਆਹ ਜਿਹੜੇ ਕੋਈ ਅਦਕ ਲਿਖਿਆ ਹੈ ਆਪਣੀ ਮਰਜ਼ੀ ਨਾਲ ਬਾਅਦ ਵਿੱਚ ਲਾ ਲਿਆ, ਕਈ ਕਹਿ ਦਿੰਦੇ ਨਾ ਵੀ ਉਚਾਰਨ ਵਿੱਚ ਬਚਿੱਤਰ ਬੋਲਣਾ ਹੈ, ਚਲੋ ਅਦਕ ਨਹੀਂ ਬੋਲਣਾ, ਅਦਕ ਲਾ ਦਈਏ। ਜੋ ਲਿਖਿਆ ਹੈ ਉਸੇ ਤਰ੍ਹਾਂ ਨਹੀਂ ਰਹਿਣ ਦਿੱਤਾ, ਤਾਂ ਕਰਕੇ ਉਹਨਾਂ ਅਦਕ ਆਪਣੀ ਮਰਜ਼ੀ ਨਾਲ ਲਾਇਆ ਹੈ। ਉਂਝ ਸ੍ਰੀ ਹਜ਼ੂਰ ਸਾਹਿਬ ਜਿਹੜੀ ਬੀੜ ਸਾਹਿਬ ਪਈ ਹੈ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ, ਜਾਂ ਲਿਖਤੀ ਸਰੂਪ ਪੁਰਾਤਨ ਹੈ, ਉਹਨਾਂ ਵਿੱਚ ਅਦਕ ਨਹੀਂ ਪਿਆ ਹੈ, ਸਿੱਧਾ ਜਿਹਾ ਹੀ ਲਿਖਿਆ ਹੈ ਬਚਿੱਤਰ। ਇਹੀ ਸ਼ੁੱਧ ਸਮਝਣਾ ਜਿਹੜਾ ਅਦਕ ਤੋਂ ਬਿਨਾਂ ਹੈ। ਬਚਿੱਤਰ ਦਾ ਅਰਥ ਹੈ ਜਿਹੜਾ ਹੈ ਅਨੇਕ ਰੰਗਾਂ ਦਾ, ਨਾਨਾ ਰੰਗਾਂ ਦਾ, ਨਾਨਾ ਤਰ੍ਹਾਂ ਦਾ। ਨਾਟਕ ਕਹੀਏ ਕੌਤਕ, ਨਾਟ ਕਹੀਏ ਸੁਆਂਗ, ਕਾ ਕਹੀਏ ਕਰਨ ਵਾਲਾ। ਐਸਾ ਜੋ ਕੌਤਕਾਂ ਵਾਲਾ, ਅਨੇਕਾਂ ਰੰਗਾਂ ਦੇ ਕੌਤਕਾਂ ਵਾਲਾ, ਤਮਾਸ਼ਿਆਂ ਵਾਲਾ ਗ੍ਰੰਥ ਹੈ, ਉਹ ਅਸੀਂ ਲਿਖਿਆ ਅਤੇ ਕਹੀਏ ਲਿਖਦੇ ਹਾਂ। ਬਚਿੱਤਰ ਦਾ ਸਾਧ ਸੰਗਤ ਜੀ ਇਹਦਾ ਬੜਾ ਖੁਲਾਸਾ ਹੈ। ਇਹਦਾ ਬਚਿੱਤਰ ਦਾ ਅਰਥ ਇਹ ਵੀ ਹੁੰਦਾ ਹੈ ਕਿ ਅਜੀਬ, ਭਾਵ ਅਜੀਬ ਜਿਹੜਾ ਨਾਟਕ ਹੈ ਉਹਦਾ ਗ੍ਰੰਥ ਲਿਖਦੇ ਹਾਂ। ਬਚਿੱਤਰ ਦਾ ਫਿਰ ਅਰਥ ਹੈ ਅਨੋਖਾ, ਅਨੋਖਾ ਨਾਟਕ ਦਾ ਗ੍ਰੰਥ ਲਿਖਦੇ ਹਾਂ। ਫਿਰ ਬਚਿੱਤਰ ਦਾ ਅਰਥ ਹੈ ਵੀ ਅਸਚਰਜ, ਅਸਚਰਜੀ ਜਿਹੜਾ ਅਸਚਰਜੀ ਨਾਟਕ ਦਾ ਗ੍ਰੰਥ ਲਿਖਦੇ ਹਾਂ। ਨਾਟਕ ਦਾ ਅਰਥ ਸੁੰਦਰ ਵੀ ਹੁੰਦਾ ਹੈ ਕਿ ਬਚਿੱਤਰ, ਜੋ ਬਚਿੱਤਰ ਕਈ ਜੋ ਅਨੋਖਾ, ਅਜੀਬ, ਅਸਚਰਜ, ਐਸਾ ਜੋ ਸੁੰਦਰ ਗ੍ਰੰਥ ਹੈ, ਅਸਚਰਜੀ ਸੁੰਦਰ ਗ੍ਰੰਥ ਲਿਖਦੇ ਹਾਂ। ਗੁਰੂ ਮਹਾਰਾਜ ਐਵੇਂ ਇਹਦੇ ਕਈ ਅਰਥ ਹੋ ਜਾਂਦੇ ਹੈ। ਫਿਰ ਬਚਿੱਤਰ ਜਿਹੜਾ ਹੈ ਸਾਧ ਸੰਗਤ ਜੀ, ਇਹ ਸ਼ਬਦਾ ਅਲੰਕਾਰ ਵੀ ਹੈ। ਜਿਵੇਂ ਭਾਈ ਕਾਹਨ ਸਿੰਘ ਨਾਭਾ ਜੀ ਨੇ ਸ਼ਬਦਾ ਅਲੰਕਾਰ ਲਿਖਿਆ। ਜਿੰਨੇ ਗੁਰਬਾਣੀ ਵਿੱਚ ਸ਼ਬਦ ਆਏ ਆ ਉਹਨਾਂ ਦੇ ਜਿਹੜੇ ਅਲੰਕਾਰ ਵੀ, ਕਿਹੜੇ ਅਲੰਕਾਰ 'ਚ ਕਿਹੜਾ ਸ਼ਬਦ, ਉਹ ਭਾਈ ਕਾਹਨ ਸਿੰਘ ਨਾਭਾ ਨੇ ਬੜਾ ਸੋਹਣਾ ਸ਼ਬਦਾ ਅਲੰਕਾਰ ਗ੍ਰੰਥ ਲਿਖਿਆ ਹੈ, ਉਹਦੇ ਵਿੱਚ ਲਿਖਿਆ ਹੈ। ਇੱਕ ਹੈ ਲਲਤਾ ਲਾਲਮ ਗ੍ਰੰਥ, ਉਹਦੇ ਵਿੱਚ ਹੋਰ ਅਲੰਕਾਰ ਲਿਖੇ ਹੈ। ਅਤੇ ਬਚਿੱਤਰ ਜਿਹੜਾ ਇੱਕ ਸ਼ਬਦਾ ਅਲੰਕਾਰ ਵੀ ਹੈ ਵੀ ਜੋ ਕਾਰਜ ਦੇ ਫਲ ਤੋਂ ਉਲਟਾ ਯਤਨ ਕਰਨਾ, ਵੀ ਜਿਹੜਾ ਕੰਮ ਕਰਨਾ ਅਤੇ ਉਹਦੇ ਤੋਂ ਉਹਦੇ ਫਲ ਜਿਹੜਾ ਉਹਦਾ ਉਲਟਾ ਹੀ ਪ੍ਰਾਪਤੀ ਕਰਨ ਦੀ ਚਾਹਨਾ ਹੋਣੀ, ਯਤਨ ਕਰਨਾ। ਜਿਵੇਂ ਗੁਰਬਾਣੀ ਵਿੱਚ ਆਉਂਦਾ ਹੈ, ਭੈ ਬਿਨ ਨਿਰਭਉ ਕਿਉ ਥੀਐ, ਵੀ ਭੈ ਤੋਂ ਬਿਨਾਂ ਤੂੰ ਨਿਰਭਉ ਕਿਵੇਂ ਹੋ ਜਾਏਗਾ, ਨਹੀਂ ਹੋ ਸਕਦਾ ਹੈ। ਆਪਸ ਕੋ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਉੱਚਾ। ਭਾਵ ਉੱਚ ਪਦਵੀ ਪਾਉਣ ਲਈ ਨਿਮਰਤਾ ਧਾਰਨੀ, ਨਿਰਭਉ ਹੋਣ ਲਈ ਭੈ ਧਾਰਨਾ ਜ਼ਰੂਰੀ ਹੈ, ਉਲਟਾ ਯਤਨ ਹੈ। ਫਰੀਦਾ ਬੀਜੇ, ਜਿਵੇਂ ਕਿ ਉਹ ਜਿਹੜਾ ਜੱਟ ਹੈ ਉਹ ਬੀਜੇ ਤੇ ਹੈ ਦਾਖਾਂ ਬੀਜੇ, ਅਤੇ ਉਹ ਕਿੱਕਰਾਂ ਬੀਜੇ ਤੇ ਚਾਹੇ ਉਹ ਦਾਖਾਂ ਚਾਹੇ ਤੇ ਉਹ ਉਲਟਾ ਭਾਵ ਕਰਨਾ ਕੁਝ ਅਤੇ ਚਾਹੁਣਾ ਕੁਝ, ਉਲਟਾ ਯਤਨ ਕਰਨਾ, ਆਪਣੇ ਕਾਰਜ ਦੇ ਫਲ ਤੋਂ ਉਲਟਾ ਯਤਨ ਕਰਨਾ, ਪ੍ਰਾਪਤੀ ਦੀ ਚਾਹਨਾ ਰੱਖਣੀ। ਅਤੇ ਨੀਵੇਂ ਨਿਮਰਤਾ ਧਾਰਨੀ, ਅਤੇ ਹੁਣ ਨੀਵੇਂ ਰਹਾਂਗੇ ਅਤੇ ਨੀਵੇਂ ਰਹਿਣਾ ਚਾਹੀਦਾ ਉਂਝ ਅਤੇ ਨੀਵੇਂ ਨਿਮਰਤਾ ਧਾਰਨੀ, ਪਦਵੀ ਉੱਚੀ ਪਾ ਲੈਣੀ। ਇਸੇ ਤਰ੍ਹਾਂ ਭੈ ਰੱਖਣਾ ਗੁਰੂ ਕਾ, ਅਤੇ ਫਿਰ ਨਿਰਭਉ ਹੋ ਜਾਣਾ। ਇਹ ਜਿਹੜਾ ਹੈ
ਇਹਨੂੰ ਸ਼ਬਦਾ ਅਲੰਕਾਰ ਹੈ ਬਚਿੱਤਰ। ਇੱਕ ਬਚਿੱਤਰ ਇੱਕ ਸ਼ਬਦਾ ਅਲੰਕਾਰ ਇਹੀ ਹੈ। ਇਸੇ ਤਰ੍ਹਾਂ ਬਚਿੱਤਰ ਨਾਟਕ ਬਾਣੀ 'ਚ ਤੁਕਾਂ ਆ ਜਾਣਗੀਆਂ। ਪਰਮੇਸ਼ਰ ਪਾਹਨ ਠਹਿਰਾਏ, ਇੱਥੇ ਜਿਹੜਾ ਉਹ ਸ਼ਬਦ ਆਉਣਾ, ਪੌੜੀਆਂ ਆਉਣੀਆਂ, ਉੱਥੇ ਇਹੀ ਹੈ, ਸ਼ਬਦਾ ਅਲੰਕਾਰ ਦਾ ਹੀ ਸੰਬੰਧ ਹੈ। ਫਿਰ ਸਾਧ ਸੰਗਤ ਜੀ ਬਚਿੱਤਰ ਨਾਟਕ ਭਾਵ ਸਿੱਧਾ ਜਾ ਕੇ, ਜਿਵੇਂ ਨਾਟਕ ਕਹੀਏ, ਨਾਟ ਹੁੰਦਾ ਸਵਾਂਗ, ਅਤੇ ਕਾ ਕਹੀ ਕਰਨ ਵਾਲਾ। ਨਾਨਾ ਰੂਪ ਜੋ ਸਵਾਂਗੀ ਦਿਖਾਵੈ, ਬਾਜੀ ਕਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥਮਿਓ ਪਸਾਰਾ। ਇਹ ਨਾਟਕ ਦਾ ਅਰਥ ਹੁੰਦਾ ਸਵਾਂਗ, ਸਵਾਂਗ ਕਰਨ ਵਾਲਾ। ਵੀ ਜਿਸ ਵਿੱਚ ਹੱਥ ਬਚਿੱਤਰ ਨਾਟਕ, ਬਚਿੱਤਰ ਦਾ ਫਿਰ ਸਾਧ ਸੰਗਤ ਜੀ ਇੱਕ ਉਹ ਲੱਛਣ ਵੀ ਕੀਤਾ ਹੈ ਵਿਦਵਾਨਾਂ ਨੇ, ਵੀ ਬਚਿੱਤਰ ਦਾ ਜਿਹੜਾ ਲੱਛਣ ਕੀ ਹੈ। ਜਹਾਂ ਕਰਤ ਉਦਮ ਕਛ, ਫਲ ਚਾਹਤ ਵਿਪਰੀਤ, ਵਰਣਤ ਤਹਾਂ ਵਿਚਿੱਤਰ ਹੈ, ਜੇ ਕਵਿਤ ਰਸ ਪ੍ਰੀਤ। ਵੀ ਉਦਮ ਕੁਛ ਜਿੱਥੇ ਕਰਨਾ ਤੇ ਫਲ ਦਾ ਉਲਟਾ ਚਾਹੁਣਾ, ਕਰਨਾ ਕੁਝ ਤੇ ਚਾਹੁਣਾ ਕੁਝ, ਉਹਨੂੰ ਕਹੀਦਾ ਹੈ ਵਿਚਿੱਤਰ ਸ਼ਬਦਾ ਅਲੰਕਾਰ। ਇਸ ਤਰ੍ਹਾਂ ਬਚਿੱਤਰ ਨਾਟਕ ਅਰਥ ਬਚਿੱਤਰ ਵੀ ਸੰਪਰਦਾਈ ਅਰਥ ਸਿੱਧਾ ਜਾ ਹੋਣ। ਇਸ ਤੋਂ ਉਪਰੰਤ ਬਾਅਦ ਵੀ ਹੁਣ ਅਸੀਂ ਜਿਹੜਾ ਹੈ ਗੁਰੂ ਮਹਾਰਾਜ ਕਹਿੰਦੇ ਬਚਿੱਤਰ ਜੋ ਅਜੀਬ ਆਸ਼ਚਰਜ ਅਨੋਖਾ ਨਾਟਕ ਹੈ, ਉਹਦਾ ਗ੍ਰੰਥ ਲਿਖਦੇ ਹਾਂ, ਜਾਂ ਆਸ਼ਚਰਜੀ ਨਾਟਕ ਕਹੀਏ, ਸੁੰਦਰ ਗ੍ਰੰਥ ਲਿਖਦੇ ਹਾਂ। ਇੱਥੇ ਜਿਹੜਾ ਗ੍ਰੰਥ ਪਾਠ ਲਿਖਿਆ ਹੋਇਆ ਉਂਝ ਸ਼ੁੱਧ ਪਾਠ ਜਿਹੜਾ ਹੈ ਗੱਗੇ ਸਿਹਾਰੀ ਰਾਰੇ ਟਿੱਪੀ ਥੱਥਾ ਗ੍ਰੰਥ ਹੈ ਪਾਠ। ਲਿਖਿਆ ਤੇ ਦਾ ਜਿਹੜਾ ਯਈਆ ਹੈ ਉਹ ਵੀ ਪੂਰਾ ਹੈ, ਕਈ ਥਾਵਾਂ 'ਤੇ ਅੱਧਾ ਲਿਖਿਆ ਹੋਇਆ। ਉਂਝ ਇਹ ਲਿਖਿਆ ਤੇ ਯਈਆ ਪੂਰਾ ਹੀ ਪਾਠ ਹੈ। ਅਤੇ ਗ੍ਰੰਥ ਦੇ ਉੱਪਰ ਗੱਗੇ ਸਿਹਾਰੀ ਰਾਰੇ ਟਿੱਪੀ ਥੱਥਾ ਇਹ ਸ਼ੁੱਧ ਪਾਠ ਹੈ, ਅਤੇ ਬਚਿੱਤਰ ਦੇ ਉੱਪਰ ਅਦਕ ਨਹੀਂ ਹੈ। ਇਹ ਸ਼ੁੱਧ ਪਾਠ ਇਹਨੇ ਸਮਝ ਲੈਣਾ ਹੈ। ਅਰਥ ਹੁਣ ਅਸੀਂ ਬਚਿੱਤਰ ਜਿਹੜਾ ਹੈ ਅਨੇਕਾਂ ਨਾਨਾ ਰੰਗਾਂ ਦਾ ਨਾਟਕਾਂ ਵਾਲਾ ਗ੍ਰੰਥ ਲਿਖਦੇ ਹਾਂ, ਜਿਸ ਵਿੱਚ ਨਾਨਾ ਤਰ੍ਹਾਂ ਦੇ ਅਨੇਕ ਰੰਗਾਂ ਦੇ ਨਾਟਕ ਹਨ। ਉਹ ਗ੍ਰੰਥ ਲਿਖ ਰਹੇ ਹਾਂ ਕਿਉਂਕਿ ਇਹਦੇ ਵਿੱਚ ਸਤਿਗੁਰੂ ਜੀ ਦੀ ਵੱਖੋ ਵੱਖਰੀ ਕਥਾ ਆਉਂਦੀ ਹੈ, ਮਹਾਰਾਜ ਜੀ ਦੀ ਹੋਰ ਜਿਹੜੇ ਅਵਤਾਰਾਂ ਦੀ ਕਥਾ ਹੁੰਦੀ ਹੈ। ਅਤੇ ਉਂਝ ਇਹਦਾ ਸਿੱਧਾ ਜਿਹਾ ਬਚਿੱਤਰ ਨਾਟਕ ਦਾ ਅਰਥ ਹੁੰਦਾ ਵੀ ਅਤਪੁੱਤ ਜਿਹੜਾ ਹੈ ਨਾਟਕ, ਅਦਭੁਤ ਨਾਟਕ। ਬਚਿੱਤਰ ਦਾ ਅਰਥ ਅਦਭੁਤ ਅਤੇ ਨਾਟਕ ਦਾ ਨਾਟਕ ਹੀ, ਅਦਭੁਤ ਨਾਟਕ ਦਾ ਇਹ ਗ੍ਰੰਥ ਲਿਖਦੇ ਹਾਂ, ਜਿਸ ਵਿੱਚ ਇਤਿਹਾਸਕ ਜਿਹੜੇ ਹੈ ਅਵਤਾਰਾਂ ਦੇ ਪ੍ਰਸੰਗ ਲਿਖੇ ਹੈ, ਪਰ ਉਹ ਨਾਟਕ ਦੀ ਰੀਤੀ ਨਾਲ ਲਿਖੇ ਹੈ। ਤਾਂ ਇਹ ਗ੍ਰੰਥ ਲਿਖਦੇ ਜਿਹਦੇ ਵਿੱਚ 14 ਅਧਿਆਏ ਆਉਂਦੇ ਹੈ। ਤਵੈ ਪ੍ਰਸਾਦ ਤੇਰੀ ਕਿਰਪਾ ਨਾਲ ਵਾਹਿਗੁਰੂ। ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ। ਸ੍ਰੀ ਜੋ ਸ਼੍ਰੋਮਣੀ ਹੈ, ਸੋਭਾ ਵਾਲੇ ਮੁਖ ਤੋਂ ਨਿਕਲੇ ਹੋਏ ਬਚਨ, ਪਾਤਸ਼ਾਹੀ ਦਸਵੀਂ। ਪਾਤਸ਼ਾਹੀ ਵੀ ਜੇ ਬਿੰਦੀ ਇੱਥੇ ਕਈ ਸਰੂਪਾਂ 'ਤੇ ਨਹੀਂ ਹੈਗੀ, ਇਵੇਂ ਪਾਤਸ਼ਾਹੀ ਦਸਵੀਂ ਇਹਨੂੰ ਪੜ੍ਹ ਲੈਣਾ ਹੈ। ਜੇ ਪਾਤਸ਼ਾਹੀ ਦਸਵੀਂ ਪੜ੍ਹਿਆ ਜਾਵੇ ਤਾਂ ਵੀ ਕੋਈ ਅਰਥ ਦਾ ਅਨਰਥ ਨਹੀਂ ਹੈ। ਅਤੇ ਜਿੱਥੇ ਬਿੰਦੀ ਲੱਗੀ ਆ ਉਹ ਕਈ ਥਾਵਾਂ 'ਤੇ ਉੱਥੇ ਪਾਤਸ਼ਾਹੀ ਦਸਵੀਂ, ਜਦੋਂ ਦਸਵੀਂ ਪੜ੍ਹਨਾ ਹੈ ਅਤੇ ਵਾਵੇ ਨੂੰ ਬਿਹਾਰੀ ਹੈ ਤਾਂ ਉੱਥੇ ਬਿੰਦੀ ਲਾ ਕੇ ਪੜ੍ਹਨਾ ਦਸਵੀਂ। ਦਸਵੀਂ ਨਹੀਂ ਪੜ੍ਹਨਾ ਹੈ, ਕਈ ਮੰਮੇ ਦੀ ਆਵਾਜ਼ ਕੱਢ ਲੈਂਦੇ ਹੈ, ਉਹ ਨਹੀਂ ਪੜ੍ਹਨਾ ਹੈ। ਸ੍ਰੀ ਜੋ ਸੋਭਾ ਵਾਲੇ ਮੁਖ ਤੋਂ ਪਵਿੱਤਰ ਵਾਕ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹੀ ਦਸਵੀਂ, ਭਾਵ ਜੋ ਗੁਰੂ ਨਾਨਕ ਸਾਹਿਬ ਜੀ ਸਰੂਪ ਦਸਵੀਂ ਗੱਦੀ ਉੱਪਰ ਸੁਭਾਏਮਾਨ ਹੈ।
ਉਹ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ। ਉਹਨਾਂ ਦੇ ਮੁਖ ਤੋਂ ਪਵਿੱਤਰ ਬਚਨ, ਸੋਭਾ ਵਾਲੇ ਮੁਖ ਤੋਂ ਨਿਕਲੇ ਹੋਏ ਬਚਨ ਹਨ। ਇਹ ਬਚਿੱਤਰ ਨਾਟਕ ਬਾਣੀ ਦੇ ਦੋਹਰਾ ਨਮਸਕਾਰ ਸ੍ਰੀ ਖੜਗ ਕੋ। ਅੱਗੇ ਦੋਹਰੇ ਵਿੱਚ ਸਤਿਗੁਰੂ ਮਹਾਰਾਜ ਜੀ ਜਿਹੜਾ ਹੈ ਵਾਹਿਗੁਰੂ ਨੂੰ ਤੇ ਸ੍ਰੀ ਸਾਹਿਬ ਨੂੰ, ਭਗਉਤੀ ਨੂੰ ਨਮਸਕਾਰ ਕਰਦੇ ਹੈ। ਜਿਵੇਂ ਸ੍ਰੀ ਚੌਪਈ ਸਾਹਿਬ ਵਿੱਚ ਲਿਖਿਆ ਹੈ, ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਥ ਦੇ ਲਿਹੋ ਉਬਾਰੀ, ਸਰਬ ਠੌਰ ਮੋ ਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਉੱਥੇ ਖੜਗ ਕੇਤ ਭਾਵ ਖੜਗ ਦੀ ਧੁਜਾ ਵਾਲਾ ਕੌਣ? ਉਹ ਹੈ ਵਾਹਿਗੁਰੂ ਜੀ ਨੇ ਖੜਗ ਧਾਰੀ ਹੋਈ ਹੈ ਆਪਣੇ ਹੱਥ ਵਿੱਚ। ਉਹ ਵਾਹਿਗੁਰੂ ਸ਼ਸਤਰ ਧਾਰੀ ਛਤਰੀ ਹੈ, ਤਾਂ ਮਹਾਰਾਜ ਜੀ ਨੇ ਉਹ ਉੱਥੇ ਲਿਖਿਆ ਹੋਇਆ ਹੈ। ਇੱਥੇ ਸਤਿਗੁਰੂ ਕਹਿ ਰਹੇ ਆ ਦੋਹਰੇ ਵਿੱਚ, ਨਮਸਕਾਰ ਸ੍ਰੀ ਖੜਗ ਕੋ, ਕੱਕੇ ਨਹੋੜਾ ਹੈ। ਨਮਸਕਾਰ ਹੈ ਸਾਡੀ ਸ੍ਰੀ ਕਹੀਏ ਜੋ ਸ਼ਕਤੀ, ਸ੍ਰੀ ਦਾ ਅਰਥ ਹੈ ਸ਼ਕਤੀ, ਜੋ ਮਹਾਨ ਸ਼ਕਤੀ ਵਾਲੀ ਖੜਗ ਹੈ ਉਸ ਨੂੰ ਸਾਡੀ ਨਮਸਕਾਰ ਹੈ। ਖੜਗ ਨਾਮ ਹੈ ਸਾਧ ਸੰਗਤ ਜੀ ਤਲਵਾਰ ਦਾ, ਤਲਵਾਰ ਦਾ ਨਾਮ ਹੈ ਖੜਗ। ਕਿਰਪਾਨ, ਤਲਵਾਰ, ਇਸੇ ਤਰ੍ਹਾਂ ਖੜਗ ਨਾਮ ਸਾਹਿਬ ਦਾ ਹੈ। ਆਪਾਂ ਕਹਿੰਦੇ ਹਾਂ ਨਾ ਸ੍ਰੀ ਸਾਹਿਬ, ਵੀ ਸ੍ਰੀ ਸਾਹਿਬ ਨੂੰ ਸਾਡੀ ਨਮਸਕਾਰ ਹੈ। ਸ੍ਰੀ ਖੜਗ ਕਹੀਏ ਤਲਵਾਰ ਨੂੰ ਸਾਡੀ ਨਮਸਕਾਰ ਹੈ, ਕਿਰਪਾਨ ਨੂੰ ਸਾਡੀ ਨਮਸਕਾਰ ਹੈ, ਖੜਗ ਨੂੰ ਸਾਡੀ ਨਮਸਕਾਰ ਹੈ। ਕਿਉਂਕਿ ਖੜਗ ਨੂੰ ਧਾਰਨ ਕਰਨ ਵਾਲਾ ਕੌਣ ਹੈ? ਇਸ ਸ਼ਕਤੀ ਨੂੰ, ਉਹ ਹੈ ਵਾਹਿਗੁਰੂ। ਜੋ ਸ਼ਕਤੀ ਵਾਲੀ ਖੜਗ ਤਲਵਾਰ ਨੂੰ ਧਾਰਨ ਕਰਨ ਵਾਲਾ ਹੈ ਵਾਹਿਗੁਰੂ, ਉਸ ਨੂੰ ਸਾਡੀ ਨਮਸਕਾਰ ਹੈ। ਸ੍ਰੀ ਦਾ ਅਰਥ ਫਿਰ ਜੋ ਮਾਇਆ ਹੈ, ਤੇ ਖੜਗ ਦਾ ਅਰਥ ਸਾਹਿਬ। ਜੋ ਮਾਇਆ ਦਾ ਸਾਹਿਬ ਮਾਲਕ ਹੈ ਉਹ ਕੌਣ ਹੈ? ਵਾਹਿਗੁਰੂ। ਮਾਇਆ ਦਾ ਜੋ ਮਾਲਕ ਵਾਹਿਗੁਰੂ ਸਾਹਿਬ ਹੈ ਉਸ ਨੂੰ ਸਾਡੀ ਨਮਸਕਾਰ ਹੈ। ਸ੍ਰੀ ਸਾਧ ਸੰਗਤ ਜੀ ਮਾਇਆ ਤੇ ਇਹ ਸਾਰਾ ਜਗਤ ਬ੍ਰਹਿਮੰਡ ਉਹ ਪ੍ਰਕਿਰਤੀ ਤੋਂ ਹੀ ਬਣਿਆ ਹੋਇਆ ਹੈ, ਮਾਇਆ ਤੋਂ ਹੀ, ਤੇ ਵਾਹਿਗੁਰੂ ਆਪ ਨਿਰਲੇਪ ਹੈ। ਇਸ ਤਰ੍ਹਾਂ ਜੋ ਸ੍ਰੀ ਜੋ ਮਾਇਆ ਭਾਵ ਸਾਰਾ ਜਗਤ, ਤੇ ਜੋ ਜਗਤ ਦਾ ਕਾਰਨ ਵਾਹਿਗੁਰੂ ਹੈ, ਖੜਗ ਮਾਲਕ ਹੈ। ਕੋਟ ਬ੍ਰਹਿਮੰਡ ਕੋ ਠਾਕਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ, ਉਸ ਮਾਲਕ ਨੂੰ ਸਾਡੀ ਨਮਸਕਾਰ ਹੈ। ਇੱਥੇ ਗੁਰੂ ਜੀ ਨੇ ਵੇਖੋ ਖੜਗ ਭਾਵ ਸ੍ਰੀ ਸਾਹਿਬ ਨੂੰ ਨਮਸਕਾਰ ਕਿਹਾ ਹੈ। ਜਿਵੇਂ ਸ੍ਰੀ ਰਹਿਰਾਸ, ਜਿਵੇਂ ਅਰਦਾਸ ਵਿੱਚ ਮਹਾਰਾਜ ਕਹਿੰਦੇ ਹੈ, ਸ੍ਰੀ ਭਗਉਤੀ ਜੀ ਸਹਾਏ, ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਉਤੀ ਸਿਮਰ ਕਾ ਗੁਰ ਨਾਨਕ ਲਈ ਧਿਆਏ। ਤੇ ਉੱਥੇ ਮਹਾਰਾਜ ਜੀ ਨੇ ਭਗਉਤੀ ਇੱਥੇ ਸ੍ਰੀ ਸਾਹਿਬ ਨੂੰ ਹੀ ਕਿਹਾ ਹੈ, ਭਗਉਤੀ ਸ੍ਰੀ ਸਾਹਿਬ ਨੂੰ ਕਿਹਾ ਹੈ। ਤੇ ਸ੍ਰੀ ਸਾਹਿਬ ਨੂੰ ਧਾਰਨ ਕਰਨ ਵਾਲਾ ਕੌਣ ਹੈ? ਉਹ ਹੈ ਵਾਹਿਗੁਰੂ। ਸ੍ਰੀ ਭਗਉਤੀ ਤੇ ਉਹ ਹੈ ਵਾਹਿਗੁਰੂ। ਤੇ ਵਾਹਿਗੁਰੂ ਦੇ ਇੱਥੇ ਮੰਗਲ ਮਹਾਰਾਜ ਨੇ ਕੀਤਾ ਹੈ ਵੀ ਪ੍ਰਥਮ ਭਗਉਤੀ ਸਿਮਰ ਕੈ, ਵੀ ਇਸ ਭਗਉਤੀ ਵਾਹਿਗੁਰੂ ਦੀ ਸ਼ਕਤੀ ਨੂੰ ਸਿਮਰ ਕੇ ਤੇ ਉਸ ਦਾ ਹੀ ਜੋ ਸਰੂਪ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ, ਉਸ ਨੂੰ ਬਾਅਦ ਵਿੱਚ ਧਿਆਉਂਦੇ ਹਾਂ। ਜਿਹੜੇ ਕੋਈ ਸੰਪਰਦਾ ਦੇ ਨਹੀਂ ਪੜ੍ਹੇ ਤੇ ਉਹ ਮਿਸ਼ਨਰੀ ਵੀਰ ਕਹਿੰਦੇ ਵੀ ਭਗਉਤੀ ਅਤੇ ਦੇਵੀ ਦੀ ਗੱਲ ਕੀਤੀ ਹੈ ਮਹਾਰਾਜ ਜੀ ਨੇ, ਇਸ ਕਰਕੇ ਗੁਰੂ ਜੀ ਦੇਵੀ ਦੇ ਉਪਾਸਕ ਨਹੀਂ ਹੋ ਸਕਦੇ, ਭਗਉਤੀ ਸ਼ਬਦ ਕੱਟ ਦੇਣਾ ਚਾਹੀਦਾ। ਕਈਆਂ ਨੇ ਕੋਸ਼ਿਸ਼ ਵੀ ਕੀਤੀ ਅਰਦਾਸ ਵਿੱਚੋਂ ਭਗਉਤੀ ਸ਼ਬਦ ਕਟਾਉਣ ਦੀ, ਪਰ ਜਿੱਥੇ ਜਿੱਥੇ ਮਰਿਆਦਾ ਕਾਇਮ ਉੱਥੇ ਚੱਲਦਾ ਹੀ ਗਿਆ। ਕਈਆਂ ਨੇ ਉਹ ਸ਼ਬਦ ਦਾ ਖੰਡਨ ਕੀਤਾ ਹੈ।
ਪਰ ਗੁਰਬਾਣੀ ਵਿੱਚ ਆਉਂਦਾ ਹੈ, ਸੋ ਭਗਉਤੀ ਜੋ ਭਗਵੰਤੈ ਜਾਣੈ, ਹਰਿ ਕੇ ਚਰਨ ਹਿਰਦੈ ਬਸਾਵੈ, ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ। ਸੁਖਮਨੀ ਸਾਹਿਬ ਵਿੱਚ ਰੋਜ਼ ਹੀ ਪੜ੍ਹਦੇ ਹਾਂ। ਹੁਣ ਉੱਥੇ ਵੀ ਭਗਉਤੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਣੀ ਵਿੱਚ ਵੀ ਭਗਉਤੀ ਲਿਖਿਆ ਹੈ। ਅਤੇ ਕਹਿੰਦੇ ਨਹੀਂ ਜੀ ਦੇਵੀ ਦੀ ਉਪਾਸਨਾ ਹੋ ਜਾਂਦੀ ਐਵੇਂ, ਇਹ ਨਹੀਂ ਸਾਡੇ ਮੰਨਣ 'ਚ ਆਉਂਦਾ ਹੈ। ਇਹ ਸ਼ਬਦ ਨਹੀਂ ਬੋਲਣਾ ਚਾਹੀਦਾ। ਪਰ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਲਿਖਿਆ, ਫਿਰ ਉੱਥੇ ਕਿਹੜਾ ਭਗਉਤੀ ਦੀ ਗੱਲ ਕੀਤੀ ਹੈ। ਭਗਉਤੀ ਇੱਕ ਫਿਰਕਾ ਵੀ ਹੈ, ਜਿਹੜੇ ਘੁੰਗਰੂ ਬੰਨ੍ਹ ਕੇ ਪੈਰਾਂ ਵਿੱਚ ਤੇ ਨੱਚਦੇ ਹਨ। ਇਸੇ ਤਰ੍ਹਾਂ ਸੋ ਭਗਉਤੀ ਜੋ ਭਗਵੰਤੈ ਜਾਣੇ, ਜਿਹੜਾ ਭਗਵੰਤ ਪਰਮਾਤਮਾ ਨੂੰ ਜਾਣਦਾ ਨਾ, ਖੱਡ ਭਗਤ ਸੰਪੰਨ ਭਗਵਾਨ ਨੂੰ, ਉਹ ਭਗਉਤੀ ਕਹੀਏ ਭਗਤ ਹੈ, ਭਗਤੀ ਕਰਨ ਵਾਲਾ, ਦੂਜਾ ਭਗਤ ਨਹੀਂ ਹੈ। ਭਗਉਤੀ ਦਾ ਅਰਥ ਭਗਤੀ ਵੀ ਹੈ। ਅਤੇ ਉਹ ਐਵੇਂ ਸ਼ੰਕੇ ਕਰ ਲੈਂਦੇ। ਹੁਣ ਉਹ ਤਾਂ ਇਹ ਵੀ ਕਹਿ ਦਿੰਦੇ ਹੈ ਕਿ ਜਿਹੜੇ ਹੈ ਨਾ ਕਈ ਸ੍ਰੀ ਰਹਿਰਾਸ ਸਾਹਿਬ ਪੜ੍ਹਦੇ ਹੈ, ਅਤੇ ਇਹ ਪੜ੍ਹਦੇ ਨਹੀਂ ਹੈ ਵੀ ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲਵਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਸ਼ੈ ਕਰਤਾ। ਅਤੇ ਉਹਨਾਂ ਨੇ 24 ਸਾਹਿਬ ਕਿੱਥੋਂ ਤੱਕ ਰੱਖਿਆ ਹੈ, ਦੁਸ਼ਟ ਦੋਖ ਤੇ ਲਿਹੋ ਬਚਾਈ, ਅੱਗੇ ਸਵਈਆ ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੋ ਆਂਗ ਤਰੇ ਨਹੀਂ ਆਨਿਓ। ਵੀ ਕਿਸੇ ਨੇ ਪੁੱਛਿਆ ਵੀ ਕਿਰਪਾ ਕਰੀ ਹਮ ਪਰ ਜਗ ਮਾਤਾ ਕਿਉਂ ਨਹੀਂ ਪੜ੍ਹਦੇ, ਕਹਿੰਦੇ ਇਹ ਨਹੀਂ ਪੜ੍ਹਨਾ, ਇਹਦੇ ਮਾਤਾ ਦਾ ਨਾਮ ਆ ਜਾਂਦਾ। ਗੁਰੂ ਕਦੇ ਮਾਤਾ ਦੇ ਥੋੜ੍ਹੀ ਉਪਾਸਕ ਸਨ। ਪਰ ਉਹਨਾਂ ਇਹ ਨਹੀਂ ਵੇਖਿਆ ਵੀ ਗੁਰਬਾਣੀ ਵਿੱਚ ਲਿਖਿਆ ਗੁਰਦੇਵ ਮਾਤਾ, ਗੁਰਦੇਵ ਪਿਤਾ। ਉੱਥੇ ਪਰਮਾਤਮਾ ਨੂੰ ਵੀ ਤੂੰ ਹੀ ਗੁਰਦੇਵ ਮੇਰੀ ਮਾਂ ਹੈ, ਤੂੰ ਹੀ ਗੁਰਦੇਵ ਮੇਰਾ ਪਿਤਾ ਹੈ। ਸਭਨਾ ਕਾ ਮਾਂ ਪਿਓ ਆਪ ਹੈ, ਗੁਰੂ ਸਾਹਿਬ ਦੇ ਕਹਿੰਦੇ ਹੈ। ਫਿਰ ਮਹਾਰਾਜ ਕਹਿੰਦੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ। ਅਤੇ ਉੱਥੇ ਗੁਰੂ ਕਹਿ ਰਹੇ ਹੈ ਵੀ ਹੇ ਵਾਹਿਗੁਰੂ, ਤੂੰ ਹੀ ਮੇਰਾ ਮਾਤਾ ਪਿਤਾ, ਭਾਈ ਭਰਾ, ਬੰਧਵ, ਰਿਸ਼ਤੇਦਾਰ ਹੈ। ਅਤੇ ਫਿਰ ਹੁਣ ਉਹ ਲੋਕ ਵਿਚਾਰੇ ਜੇ ਕਿਤੇ ਉਦੋਂ ਹੁੰਦੇ, ਹੋ ਸਕਦਾ ਵੀ ਮਹਾਰਾਜ ਨੂੰ ਕਹਿੰਦੇ ਵੀ ਤੁਸੀਂ ਮਾਤਾ ਸ਼ਬਦ ਨਾ ਲਿਖੋ, ਇਹਨੂੰ ਤੁਸੀਂ ਮਹਾਰਾਜ ਕੱਟ ਦਿਓ, ਇਹ ਸਾਨੂੰ ਮਾਤਾ ਸ਼ਬਦ ਨਾਲ ਬੜੀ ਨਫ਼ਰਤ ਹੈ। ਜੇ ਉਹਨਾਂ ਦਾ ਵੱਸ ਚੱਲੇ ਅਤੇ ਆਪਣੇ ਘਰ ਦੀ ਮਾਤਾ ਨੂੰ ਵੀ ਉਹ ਰਹਿਣ ਨਾ ਦੇਣ। ਸਮਝਦੇ ਨਹੀਂ ਹੈ ਵੀ ਗੁਰਬਾਣੀ ਸਾਧ ਸੰਗਤ ਜੀ ਜਿਹੜਾ ਗੁਰੂ ਕਾ ਲਿਖਣਾ ਹੈ, ਉਹ ਤਾਂ ਵਾਹਿਗੁਰੂ ਨੂੰ ਕਿਸੇ ਤਰ੍ਹਾਂ ਵੀ ਸੰਬੋਧਨ ਕਰਕੇ ਲਿਖ ਸਕਦੇ ਹੈ। ਭਾਵਨਾ ਦੀ ਗੱਲ ਹੈ। ਕਿਸੇ ਤਰ੍ਹਾਂ ਵੀ ਤੁਸੀਂ ਮਹਾਰਾਜ ਜੀ ਨੂੰ ਭਰਾ ਕਹਿ ਸਕਦੇ ਹੋ, ਗੁਰੂ ਮਹਾਰਾਜ ਜੀ ਨੂੰ ਤੁਸੀਂ ਮਾਤਾ ਪਿਤਾ ਕਹਿ ਸਕਦੇ ਹੋ। ਸਤਿਕਾਰ ਵਜੋਂ ਸਾਡੇ ਗੁਰੂ ਹੀ ਹਨ। ਜਿਵੇਂ ਗੁਰਬਾਣੀ ਵਿੱਚ ਸ਼ਬਦ ਆ ਜਾਂਦੇ ਆ ਵੀ ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਉਸ ਮੁਤਾਬਕ ਕਹਿ ਰਹੇ ਹਾਂ। ਇਵੇਂ ਗੁਰੂ ਜੀ ਨੇ ਉੱਥੇ ਜਿਵੇਂ ਕਥਨ ਕੀਤਾ ਹੈ, ਇੱਥੇ ਵੀ ਇਸੇ ਤਰ੍ਹਾਂ ਨਮਸਕਾਰ ਸ੍ਰੀ ਖੜਗ ਕੋ, ਜੋ ਸ੍ਰੀ ਮਾਇਆ ਦੇ ਖੜਗ ਕਹੀਏ ਸਾਹਿਬ ਮਾਲਕ ਹਨ ਵਾਹਿਗੁਰੂ, ਉਸ ਨੂੰ ਨਮਸਕਾਰ ਹੈ। ਜਾਂ ਸ੍ਰੀ ਜੋ ਸ਼ਕਤੀ ਹੈ, ਮਹਾਨ ਸ਼ਕਤੀ ਵਾਲੀ ਖੜਗ ਤਲਵਾਰ, ਉਸ ਨੂੰ ਨਮਸਕਾਰ ਹੈ। ਕਿਉਂਕਿ ਤਲਵਾਰ ਜਿਹੜੀ ਹੈ ਦੁਸ਼ਟਾਂ ਤੋਂ ਰੱਖਿਆ ਕਰਦੀ ਹੈ, ਦੁਸ਼ਟਾਂ ਦਾ ਵੱਧ ਕਰਦੀ ਹੈ। ਜੇ ਸ੍ਰੀ ਸਾਹਿਬ ਨਾ ਹੋਵੇ ਤਾਂ ਦੁਸ਼ਟਾਂ ਦਾ ਵੱਧ ਕਿੱਥੋਂ ਹੋਵੇ। ਪਹਿਲਾਂ ਦੀ ਜੰਗਾਂ ਯੁੱਧ ਸ੍ਰੀ ਸਾਹਿਬ ਨਾਲ ਹੀ ਹੁੰਦੇ, ਅਤੇ ਜੰਗ ਦੇ ਮੈਦਾਨ ਵੀ ਸ੍ਰੀ ਸਾਹਿਬਾਂ ਨਾਲ ਹੀ ਸਜਦੇ ਹੈ। ਆ ਮੁੱਕੀਆਂ ਚਪੇੜਾਂ ਨਾਲ ਨਹੀਂ। ਜੰਗ ਦੇ ਮੈਦਾਨ ਵਿੱਚ ਸ੍ਰੀ ਸਾਹਿਬਾਂ ਚਮਕਣ ਬਿਜਲੀ ਵਾਂਗ, ਤਾਂ ਹੀ ਉਹ ਸੱਜਦੇ ਆ ਮੈਦਾਨ ਜੰਗ ਦੇ। ਅਤੇ ਗੁਰੂ ਸਾਹਿਬ ਜੀ ਨੇ ਤਾਂ ਹੁਣ 14 ਜੰਗਾਂ ਕੀਤੀਆਂ ਹੈ, ਅਤੇ ਸ੍ਰੀ ਸਾਹਿਬ ਦੇ ਨਾਲ ਹੀ ਕੀਤੀਆਂ। ਅਤੇ ਸੱਚੇ ਪਾਤਸ਼ਾਹ ਜੀ ਫਿਰ ਉਸ ਬਾਣੀ, ਉਸ ਤਾਕਤ ਦਾ ਮੰਗਲ ਕਿਉਂ ਨਾ ਕਰਨਾ। ਮਹਾਰਾਜ ਜੀ ਦੇ ਕਹਿੰਦੇ ਅਸ ਕਿਰਪਾਨ ਖੰਡੋ ਖੜਗ, ਤੁਬਕ ਤਬਰ ਅਰ ਤੀਰ, ਸੈਫ ਸਰੋਹੀ ਸਹਿਚੀ ਯਹ ਹਮਾਰੇ ਪੀਰ, ਤੀਰ ਤੂ ਹੀ ਸੈਚੀ ਤੂ ਹੀ ਤਬਰ ਤਰਵਾਰ, ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ।
ਇਵੇਂ ਸਾਧ ਸੰਗਤ ਜੀ ਇਹ ਤੇ ਸਾਡੇ ਪੀਰ ਹੈ, ਮਹਾਰਾਜ ਜੀ ਨੇ ਕਿਹਾ। ਤਾਂ ਗੁਰੂ ਮਹਾਰਾਜ ਇੱਥੇ ਨਮਸਕਾਰ ਕਰ ਰਹੇ ਹਨ। ਨਮਸਕਾਰ ਸ੍ਰੀ ਖੜਗ ਕੋ, ਕਿ ਜੋ ਵਾਹਿਗੁਰੂ ਦਾ ਮੰਗਲ ਹੀ ਸਮਝ ਲੈਣਾ ਵਿੱਚ ਕਿ ਮਾਇਆ ਦਾ ਖੜਗ ਕਹੀਏ ਜੋ ਮਾਲਕ, ਉਸ ਨੂੰ ਨਮਸਕਾਰ ਹੈ। ਸ੍ਰੀ ਜੋ ਮਹਾਨ ਸ਼ਕਤੀ ਵਾਲੀ ਖੜਗ ਤਲਵਾਰ ਸ੍ਰੀ ਸਾਹਿਬ ਕਿਰਪਾਨ ਹੈ, ਉਸ ਨੂੰ ਸਾਡੀ ਨਮਸਕਾਰ ਹੈ। ਕਰੋ ਸੋ ਹਿਤ ਚਿਤ ਲਾਏ। ਮੈਂ ਮਹਾਰਾਜ ਕਹਿੰਦੇ ਅਸੀਂ ਬੜਾ ਹੀ ਆਪਣੇ ਮਨ ਦਾ ਚਿੱਤ ਲਾ ਕੇ, ਮਨ ਲਾ ਕੇ, ਚਿੱਤ ਲਾ ਕੇ, ਪ੍ਰੇਮ ਲਾ ਕੇ ਤੈਨੂੰ ਹੇ ਖੜਗ ਤਲਵਾਰ ਸ੍ਰੀ ਸਾਹਿਬ ਭਗਉਤੀ ਨਮਸਕਾਰ ਕਰਦੇ ਹਾਂ। ਪੂਰਨ ਕਰੋ ਗ੍ਰੰਥ ਇਹ, ਗ੍ਰੰਥ ਨਹੀਂ, ਪੂਰਨ ਕਰੋ ਗ੍ਰੰਥ ਇਹ, ਗੱਗੇ ਨੂੰ ਸਿਆਰੀ ਲਾ ਕੇ ਪੜ੍ਹਨਾ। ਇਹ ਜਿਹੜਾ ਗ੍ਰੰਥ ਹੈ ਭਾਵ ਬਚਿੱਤਰ ਨਾਟਕ ਗ੍ਰੰਥ, ਜਿਹਦੇ ਵਿੱਚ ਅਨੇਕਾਂ ਰੰਗਾਂ ਦੇ ਨਾਟਕ, ਕੌਤਕ, ਤਮਾਸ਼ੇ ਕਥਨ ਕੀਤੇ ਹੈ। ਜੋ ਅਨੇਕਾਂ ਰੰਗਾਂ ਦੇ ਤਮਾਸ਼ਿਆਂ ਦਾ, ਕੌਤਕਾਂ ਦਾ, ਨਾਟਕਾਂ ਦਾ ਇਹ ਗ੍ਰੰਥ ਲਿਖ ਰਹੇ ਹਾਂ। ਇਸ ਨੂੰ ਤੁਸੀਂ ਵਾਹਿਗੁਰੂ ਦੀ ਸ਼ਕਤੀ ਖੜਗ ਤਲਵਾਰ ਪੂਰਨ ਕਰੋ, ਸੰਪੂਰਨ ਕਰੋ। ਤੁਮ ਮੋਹਿ ਕਰਹੁ ਸਹਾਏ। ਤੁਸੀਂ ਮੇਰੀ ਸਹਾਇਤਾ ਕਰੋ, ਜਿਸ ਕਰਕੇ ਇਹ ਗ੍ਰੰਥ ਸਾਡਾ ਨਿਰਵਿਘਨਤਾ ਦੇ ਸਹਿਤ ਸੰਪੂਰਨ ਹੋ ਜਾਏ। ਇਹ ਗੁਰੂ ਸਾਹਿਬ ਜੀ ਕੀ ਨਿਮਰਤਾ, ਜਿਸ ਕਰਕੇ ਉਹਨਾਂ ਨੇ ਇਸ ਤਰ੍ਹਾਂ ਇਹ ਮੰਗਲ ਕੀਤਾ ਹੈ। ਸੱਚੇ ਪਾਤਸ਼ਾਹ ਆਪ ਹੀ ਅਕਾਲ ਰੂਪ ਹਨ, ਪਰ ਮਹਾਰਾਜ ਇੱਕ ਜੋ ਨਿਯਮ ਹੈ, ਸੰਕੇਤ ਹੈ, ਮਰਿਆਦਾ ਹੈ, ਉਸ ਮੁਤਾਬਕ ਇਹ ਮੰਗਲ ਕਰ ਰਹੇ ਹੈ। ਗੁਰੂ ਸਾਹਿਬ ਜੀ ਨੇ ਵੱਡਿਆਂ ਸਤਿਗੁਰਾਂ ਦੇ ਸਾਧ ਸੰਗਤ ਦੀ ਮਰਿਆਦਾ ਨੂੰ ਕਾਇਮ ਰੱਖਦਿਆਂ ਏਕ ਓਂਕਾਰ ਸਤਿਗੁਰ ਪ੍ਰਸਾਦ ਤੋਂ ਇਹ ਮੰਗਲ ਕਰਕੇ ਬਚਿੱਤਰ ਨਾਟਕ ਬਾਣੀ ਕਥਨ ਕੀਤੀ। ਜਿਵੇਂ ਜਾਪ ਸਾਹਿਬ ਵਿੱਚ ਵੀ ਪਹਿਲਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਲਿਖ ਕੇ ਫਿਰ ਆਪ ਮੰਗਲ ਲਿਖਿਆ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਕਾਲ ਉਸਤਤ ਵਿੱਚ ਵੀ ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਥੇ ਵੀ ਬਚਿੱਤਰ ਨਾਟਕ 'ਚ ਵੀ ਇਸੇ ਤਰ੍ਹਾਂ ਹੀ। ਅੱਗੇ ਵੀ ਮਹਾਰਾਜ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਂ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਦੇ ਅੱਗੇ ਮੰਗਲ ਦਸਮ ਗ੍ਰੰਥ ਸਾਹਿਬ ਵਿੱਚ ਲਿਖਦੇ ਹਨ। ਅਤੇ ਗੁਰੂ ਮਹਾਰਾਜ ਜੀ ਨੇ ਇਸ ਬਚਿੱਤਰ ਨਾਟਕ ਵਿੱਚ ਸਾਧ ਸੰਗਤ ਜੀ ਜਿਵੇਂ ਸ੍ਰੀ ਸਾਹਿਬ ਦੀ ਅਕਾਲ ਪੁਰਖ ਦੀ ਉਸਤਤ ਕਰਦਿਆਂ ਕਰਦਿਆਂ ਫਿਰ ਜਿਵੇਂ ਬਾਣੀ ਅੱਗੇ ਰਚਨਾ ਕੀਤੀ ਹੈ, ਉਹਦੀ ਕਥਾ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਇਹ ਥੋੜ੍ਹਾ ਕਿਉਂਕਿ ਜਦੋਂ ਕਥਾ ਆਰੰਭ ਕੀਤੀ ਜਾਏ, ਜਿਸ ਗ੍ਰੰਥ ਨੂੰ ਪੜ੍ਹਿਆ ਸੁਣਿਆ ਜਾਏ, ਉਹਦੇ ਬਾਰੇ ਜਿੰਨਾ ਕੁ ਖੋਲ੍ਹ ਕੇ ਸੁਣਿਆ ਸੁਣਾਇਆ ਜਾਏ, ਉਹ ਸੁਣਾਉਣਾ ਸੰਗਤ ਰੂਪ ਵਿੱਚ ਚਾਹੀਦਾ ਹੈ। ਉਂਝ ਤਾਂ ਸਿੱਧੇ ਸਿੱਧੇ ਅਰਥ ਕਰਕੇ ਵੀ ਲੰਘ ਸਕੀਦਾ ਹੈ, ਪਰ ਇਹੀ ਹੈ ਵੀ ਜਦੋਂ ਕਥਾ ਕੀਤੀ ਜਾਏ ਉਹਨੂੰ ਥੋੜ੍ਹਾ ਸੰਪਰਦਾਇ ਨਿਯਮ ਨਾਲ, ਢੰਗ ਨਾਲ ਕੀਤਾ ਜਾਏ, ਤਾਂ ਜੋ ਕਥਾ ਕੀਤੀ ਹੋਈ ਜਿਹੜੀ ਹੈ ਸਾਧ ਸੰਗਤ ਜੀ ਸੰਪੂਰਨ ਸੋਹਣੇ ਢੰਗ ਨਾਲ ਹੋ ਸਕੇ। ਜਿਹੜੀ ਹੈ ਮਹਾਰਾਜ ਜੀ ਦੀ ਬਾਣੀ, ਇਹ ਤਾਂ ਪਹਿਲਾਂ ਮੰਗਲ ਹੀ ਹੈ ਸਾਰਾ, ਅੱਗੇ ਵੀ ਮੰਗਲ ਹੀ ਆਏਗਾ, ਫਿਰ ਵਾਹਿਗੁਰੂ ਦੀ ਉਸਤਤੀ ਵਡਿਆਈ ਆਏਗੀ, ਫਿਰ ਅੱਗੇ ਅੱਗੇ ਜਾ ਕੇ ਮਹਾਰਾਜ ਫਿਰ ਖੋਲ੍ਹਣਗੇ ਕਥਾ ਕਿ ਸਾਡਾ ਜਦੋਂ ਪ੍ਰਕਾਸ਼ ਹੋਇਆ, ਸਾਡੇ ਪ੍ਰਕਾਸ਼ ਤੋਂ ਪਹਿਲਾਂ ਕਿਹੜੇ ਕਿਹੜੇ ਦੇਵਤੇ ਆਏ, ਅਕਾਲ ਪੁਰਖ ਨੇ ਕਿਸ ਕੰਮ ਵਾਸਤੇ ਭੇਜਿਆ ਸੀ, ਉਹਨਾਂ ਨੇ ਆਪਣੀ ਆਪਣੀ ਮਨੌਤ ਕਰਾਈ, ਉਹ ਸਾਰਾ ਹੀ ਅੱਗੇ ਅੱਗੇ ਆਏਗਾ, ਆਪਾਂ ਸਰਵਣ ਕਰਾਂਗੇ। ਹੁਣ ਇੱਥੇ ਹੀ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਾਧ ਸੰਗਤ ਜੀ ਸਮਾਪਤੀ ਕਰੀਏ ਜੀ। ਨਮਸਕਾਰ ਸ੍ਰੀ ਖੜਗ ਕੋ, ਕਰਾਂ ਸੋ ਹਿਤ ਚਿਤ ਲਾਏ। ਪੂਰਨ ਕਰੋ ਗ੍ਰੰਥ ਇਹ, ਤੁਮ
ਮੋਹਿ ਕਰਹੁ ਸਹਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।